ਥਸਲੋਨੀਕੀਆਂ ਨੂੰ ਪੌਲੁਸ ਦੀ ਦੂਸਰੀ ਪੱਤਰੀ। ਪੌਲੁਸ ਰਾਹੀਂ ਪਹਿਲਾ ਥਸਲੋਨੀਕੀਆਂ ਲਿਖਣ ਦੇ ਕੁਝ ਸਮੇਂ ਬਾਅਦ ਉਸ ਨੂੰ ਥਸਲੋਨੀਕੀਆਂ ਦੇ ਮਸੀਹੀਆਂ ਦੇ ਬਾਰੇ ਸਮਾਚਾਰ ਮਿਲਿਆ ਕਿ ਜਿਨ੍ਹਾਂ ਸਮੱਸਿਆਵਾਂ ਦੇ ਬਾਰੇ ਉਸਨੇ ਲਿਖਿਆ ਸੀ ਉਹ ਸਮੱਸਿਆਵਾਂ ਨਾ ਕੇਵਲ ਉਸੇ ਤਰ੍ਹਾਂ ਹੀ ਰਹੀਆਂ ਸਗੋਂ ਹੋਰ ਵਿਗੜ ਗਈਆਂ ਸਨ। ਥਸਲੋਨੀਕੀਆਂ ਦੇ ਮਸੀਹੀਆਂ ਤੇ ਸਤਾਵ ਵੱਧ ਗਿਆ ਸੀ ਅਤੇ ਉਹ ਯਿਸੂ ਦੀ ਆਮਦ ਦੇ ਬਾਰੇ ਉਲਝਣ ਵਿੱਚ ਸਨ ਅਤੇ ਡਰੇ ਹੋਏ ਸਨ। ਇਸ ਲਈ ਪੌਲੁਸ ਨੇ ਇੱਕ ਛੋਟਾ ਪੱਤਰ ਭੇਜਿਆ ਜਿਸ ਵਿੱਚ 3 ਭਾਗ ਹਨ ਜੋ ਕਲੀਸਿਆਂ ਦੀਆਂ 3 ਸਮੱਸਿਆਵਾਂ ਨੂੰ ਸੰਬੋਧਿਤ ਕਰਦੇ ਹਨ। ਪੌਲੁਸ ਉਹਨਾਂ ਵਿੱਚ ਹੋ ਰਹੇ ਨਿਰੰਤਰ ਸਤਾਵ ਦੇ ਵਿੱਚ ਇੱਕ ਆਸ ਦਿੰਦਾ ਹੈ ਅਤੇ ਫਿਰ ਉਹ ਪ੍ਰਭੂ ਦੇ ਆਉਣ ਵਾਲੇ ਦਿਨ ਨੂੰ ਸਪਸ਼ਟ ਕਰਦਾ ਹੈ ਅਤੇ ਫਿਰ ਅੰਤ ਵਿੱਚ ਪੌਲੁਸ ਉਹਨਾਂ ਵਿਹਲੇ ਲੋਕਾਂ ਨੂੰ ਖਾਸ ਚੁਣੌਤੀ ਦਿੰਦਾ ਹੈ ਅਤੇ ਉਹ ਇਹਨਾਂ 3 ਭਾਗਾਂ ਦਾ ਅੰਤ ਇੱਕ ਛੋਟੀ ਪ੍ਰਾਰਥਨਾ ਨਾਲ ਕਰਦਾ ਹੈ। ਪੌਲੁਸ ਥਸਲੋਨੀਕੀਆਂ ਦੀ ਲਗਾਤਾਰ ਵਿਸ਼ਵਾਸਯੋਗਤਾ ਅਤੇ ਪ੍ਰੇਮ ਅਤੇ ਖਾਸ ਤੌਰ ਤੇ ਉਹਨਾਂ ਦੀ ਸਹਿਨਸ਼ੀਲਤਾ ਦੇ ਲਈ ਧੰਨਵਾਦ ਦੀ ਪ੍ਰਾਰਥਨਾ ਨਾਲ ਸ਼ੁਰੂ ਕਰਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਯੂਨਾਨੀ ਅਤੇ ਰੋਮੀ ਅਤੇ ਸ਼ਾਇਦ ਯਹੂਦੀ ਗਵਾਂਢੀਆਂ ਨੇ ਵੀ ਉਹਨਾਂ ਤੇ ਸਤਾਵ ਵਧਾ ਦਿੱਤਾ ਹੈ। ਉਹ ਧਾਰਮਿਕ ਘੱਟ ਗਿਣਤੀ ਸਨ ਜੋ ਹਿੰਸਕ ਜ਼ੁਲਮ ਦਾ ਸਾਹਮਣਾ ਕਰ ਰਹੇ ਸਨ ਅਤੇ ਪੌਲੁਸ ਨੂੰ ਚਿੰਤਾ ਸੀ ਕਿ ਸ਼ਾਇਦ ਜ਼ੁਲਮ ਵਧਣ ਕਰਕੇ ਉਹ ਯਿਸੂ ਨੂੰ ਛੱਡ ਦੇਣਗੇ। ਇਸ ਲਈ ਪੌਲੁਸ ਉਹਨਾਂ ਨੂੰ ਆਪਣੀ ਪਹਿਲੀ ਪੱਤਰੀ ਦੀ ਤਰ੍ਹਾਂ ਯਾਦ ਕਰਾਉਂਦਾ ਹੈ ਕਿ ਯਿਸੂ ਨਾਲ ਜੁੜੇ ਰਹਿਣ ਕਰਕੇ ਉਹਨਾਂ ਨੂੰ ਦੁੱਖ ਝੱਲਣੇ ਪੈ ਰਹੇ ਹਨ। ਇਹ ਪਰਮੇਸ਼ਵਰ ਦੇ ਰਾਜ ਵਿੱਚ ਭਾਗੀਦਾਰ ਹੋਣ ਦਾ ਤਰੀਕਾ ਹੈ। ਸਲੀਬ ਤੇ ਦੁੱਖ ਝੱਲਣ ਦੇ ਦੁਆਰਾ ਯਿਸੂ ਰਾਜੇ ਦੀ ਗੱਦੀ ਤੇ ਬੈਠਾ। ਉਸ ਦੇ ਚੇਲੇ ਉਸ ਦੇ ਅਹਿੰਸਾ ਅਤੇ ਸਹਿਨਸ਼ੀਲਤਾ ਵਾਲੇ ਰਾਹ ਪਿੱਛੇ ਚੱਲ ਕੇ ਸੰਸਾਰ ਤੇ ਆਪਣੀ ਜਿੱਤ ਦਰਸਾਉਣਗੇ। ਪੌਲੁਸ ਇਹ ਵੀ ਯਾਦ ਦਿਵਾਉਂਦਾ ਹੈ ਕਿ ਇਹ ਦੁੱਖ ਹਮੇਸ਼ਾ ਦੇ ਲਈ ਨਹੀਂ ਹੈ। ਜਦੋਂ ਯਿਸੂ ਵਾਪਸ ਆਵੇਗਾ ਤਾਂ ਉਹ ਉਹਨਾਂ ਲੋਕਾਂ ਦਾ ਨਿਆਂ ਕਰੇਗਾ ਜੋ ਉਹਨਾਂ ਉੱਤੇ ਅਤਿਆਚਾਰ ਕਰਦੇ ਹਨ ਅਤੇ ਨਿਰਦੋਸ਼ਾਂ ਦਾ ਲਹੂ ਬਹਾਉਂਦੇ ਹਨ। ਉਹ ਵਿਸ਼ੇਸ਼ ਤੌਰ ਤੇ ਕਹਿੰਦਾ ਹੈ ਕਿ ਉਹਨਾਂ ਦੀ ਸਜ਼ਾ ਇਹ ਹੋਵੇਗੀ ਕਿ ਉਹ ਪਰਮੇਸ਼ਵਰ ਦੇ ਹਜ਼ੂਰੋਂ ਅਤੇ ਸਮਰਥਾ ਦੇ ਤੇਜ ਤੋਂ ਦੂਰ ਕਰ ਦਿੱਤੇ ਜਾਣਗੇ। ਪੌਲੁਸ ਇੱਥੇ ਉਹਨਾਂ ਲੋਕਾਂ ਦੇ ਅੰਤ ਦਾ ਅਨੁਮਾਨ ਨਹੀਂ ਲਗਾਉਂਦਾ ਜੋ ਯਿਸੂ ਨੂੰ ਇਹ ਕਹਿ ਕੇ ਅਸਵੀਕਾਰ ਕਰਦੇ ਹਨ ਕਿ ਜੀਵਨ ਭਰ ਉਹਨਾਂ ਨੂੰ ਯਿਸੂ ਨਾਲ ਕੋਈ ਮਤਲਬ ਨਹੀਂ ਰਿਹਾ ਅਤੇ ਅੰਤ ਵਿੱਚ ਉਹਨਾਂ ਨੂੰ ਉਹੀ ਮਿਲਿਆ ਜੋ ਉਹ ਚਾਹੁੰਦੇ ਸਨ, ਅਰਥਾਤ ਉਹਨਾਂ ਦੇ ਸਿਰਜਣਹਾਰ ਅਤੇ ਰਾਜਾ ਤੋਂ ਹਮੇਸ਼ਾ ਦੀ ਦੂਰੀ। ਅਤੇ ਪੌਲੁਸ ਲਈ ਇਹ ਸਭ ਤੋਂ ਜ਼ਿਆਦਾ ਦੁਖਦਾਈ ਘਟਨਾ ਹੈ। ਉਸ ਤੋਂ ਦੂਰ ਜਾਣਾ ਜੋ ਸਾਰੇ ਜੀਵਨ ਅਤੇ ਪ੍ਰੇਮ ਦਾ ਸਰੋਤ ਹੈ ਆਪਣੀ ਬਰਬਾਦੀ ਨੂੰ ਗਲੇ ਲਗਾਉਣ ਦੇ ਬਰਾਬਰ ਹੈ। ਉਹ ਇਸ ਵਿਚਾਰ ਨੂੰ ਇਸ ਪ੍ਰਕਾਰ ਪ੍ਰਾਰਥਨਾ ਕਰਦੇ ਹੋਏ ਸਮਾਪਤ ਕਰਦਾ ਹੈ ਕਿ ਪਰਮੇਸ਼ਵਰ ਉਹਨਾਂ ਦੇ ਦੁੱਖਾਂ ਦੇ ਦੁਆਰਾ ਉਹਨਾਂ ਦੇ ਅੰਦਰ ਡੂੰਘੇ ਚਰਿੱਤਰ ਪਰਿਵਰਤਨ ਨੂੰ ਲੈ ਆਵੇ ਕਿ ਉਹਨਾਂ ਦੇ ਦੁਆਰਾ ਯਿਸੂ ਦੇ ਨਾਮ ਨੂੰ ਮਹਿਮਾ ਮਿਲੇ। ਉਸ ਤੋਂ ਬਾਅਦ ਪੌਲੁਸ ਇੱਕ ਵਿਸ਼ੇਸ਼ ਵਿਸ਼ੇ ਤੇ ਗੱਲ ਕਰਦਾ ਹੈ ਜੋ ਯਿਸੂ ਦੇ ਮੁੜ ਆਉਣ ਅਤੇ ਪ੍ਰਭੂ ਦੇ ਦਿਨ ਬਾਰੇ ਹੈ। ਥਸਲੋਨੀਕੀਆਂ ਦੀ ਕਲੀਸਿਆ ਸਮਾਜ ਵਿੱਚ ਕੋਈ ਵਿਅਕਤੀ ਪੌਲੁਸ ਦੇ ਨਾਮ ਤੇ ਗਲਤ ਅਫਵਾਹ ਫੈਲਾ ਰਿਹਾ ਸੀ ਕਿ ਮਨੁੱਖ ਦੀ ਬੁਰਾਈ ਉੱਤੇ ਪਰਮੇਸ਼ਵਰ ਦਾ ਨਿਆਂ ਅਰਥਾਤ ਪਰਮੇਸ਼ਵਰ ਦਾ ਦਿਨ ਉਹਨਾਂ ਉੱਤੇ ਸੀ। ਉਹ ਆ ਚੁੱਕਾ ਹੈ। ਇਹ ਲੋਕ ਸੰਸਾਰ ਦੇ ਅੰਤ ਦੀ ਮਿਤੀ ਦਾ ਅਨੁਮਾਨ ਲਗਾ ਰਹੇ ਸਨ ਅਤੇ ਦੂਸਰੇ ਮਸੀਹਾਂ ਨੂੰ ਡਰਾ ਰਹੇ ਸਨ ਅਤੇ ਤੁਸੀਂ ਦੇਖ ਸਕਦੇ ਹੋ ਕਿਉਂ। ਬਹੁਤ ਸਤਾਵ ਦੇ ਕਾਰਨ ਉਹ ਕਿਸੇ ਦੇ ਇਸ ਦਾਅਵੇ ਨਾਲ ਭਰਮਾਏ ਜਾ ਸਕਦੇ ਸਨ ਕਿ ਯਿਸੂ ਪਹਿਲਾਂ ਹੀ ਚੋਰ ਦੀ ਤਰ੍ਹਾਂ ਰਾਤ ਨੂੰ ਆ ਚੁੱਕਾ ਹੈ। ਉਹ ਪਿੱਛੇ ਛੱਡੇ ਗਏ। ਸ਼ਾਇਦ ਉਸਨੇ ਥਸਲੋਨੀਕੀਆਂ ਨੂੰ ਉਹਨਾਂ ਦੇ ਦੁੱਖਾਂ ਵਿੱਚ ਹੀ ਛੱਡ ਦਿੱਤਾ। ਇਸ ਤਰ੍ਹਾਂ ਦੀ ਗੱਲ ਪੌਲੁਸ ਨੂੰ ਬੁਰੀ ਲੱਗਦੀ ਹੈ। ਇਹ ਉਸ ਦੀਆਂ ਸਿੱਖਿਆਵਾਂ ਦਾ ਗਲਤ ਮਤਲਬ ਕੱਢਣਾ ਹੈ। ਯਿਸੂ ਦੀ ਆਮਦ ਕਦੇ ਵੀ ਡਰ ਨੂੰ ਵਧਾਵਾ ਨਹੀਂ ਦੇਵੇਗੀ ਬਲਕਿ ਆਸ ਅਤੇ ਭਰੋਸਾ ਦੇਵੇਗੀ। ਪੌਲੁਸ ਉਹਨਾਂ ਨੂੰ ਉਹ ਸਭ ਯਾਦ ਦਿਵਾਉਂਦਾ ਹੈ ਜੋ ਉਸਨੇ ਯਿਸੂ ਦੀ ਵਾਪਸੀ ਦੇ ਬਾਰੇ ਸਿਖਾਇਆ ਸੀ ਅਤੇ ਉਹਨਾਂ ਨੂੰ ਸੰਖੇਪ ਵਿੱਚ ਦੱਸਦਾ ਹੈ। ਇਹ ਸੱਚਮੁੱਚ ਬਹੁਤ ਸੰਖੇਪ ਵਿੱਚ ਸੀ। ਇਸ ਭਾਗ ਨੂੰ ਸਮਝਣ ਲਈ ਬਹੁਤ ਹੀ ਉਲਝਣਾਂ ਅਤੇ ਸਮੱਸਿਆਵਾਂ ਹਨ। ਇਹ ਸਪਸ਼ਟ ਹੈ ਕਿ ਉਹ ਇੱਥੇ ਯਸ਼ਾਇਆ ਤੇ ਦਾਨੀਏਲ ਨਬੀ ਦੇ ਪ੍ਰਸਿੱਧ ਵਿਸ਼ੇ ਦਾ ਹਵਾਲਾ ਦਿੰਦਾ ਹੈ ਕਿ ਇਸ ਸੰਸਾਰ ਵਿੱਚ ਇਸ ਤਰ੍ਹਾਂ ਦੇ ਰਾਜੇ ਹੁੰਦੇ ਰਹਿਣਗੇ ਜੋ ਪਰਮੇਸ਼ਵਰ ਦਾ ਵਿਰੋਧ ਕਰਨਗੇ ਜਿਵੇਂ ਨਬੂਕਦਨਸਰ ਅਤੇ ਉੱਤਰ ਦੇ ਰਾਜਾ ਨੇ ਅਤੀਤ ਵਿੱਚ ਕੀਤਾ ਸੀ। ਇਹਨਾਂ ਨੇ ਖੁਦ ਨੂੰ ਰੱਬੀ ਅਧਿਕਾਰ ਤੋਂ ਵੀ ਉੱਚਾ ਕਰ ਲਿਆ। ਪੌਲੁਸ ਦੇ ਅਨੁਸਾਰ ਇਹਨਾਂ ਪ੍ਰਾਚੀਨ ਰਾਜਿਆਂ ਅਤੇ ਭਵਿੱਖਬਾਣੀਆਂ ਨੇ ਸਾਨੂੰ ਇੱਕ ਚਿੱਤਰ ਦਿੱਤਾ ਹੈ। ਉਸ ਤੋਂ ਇੱਕ ਨਮੂਨਾ ਤਿਆਰ ਹੁੰਦਾ ਹੈ ਜਿਸ ਨੂੰ ਉਸਨੇ ਆਪਣੇ ਹੀ ਦਿਨਾਂ ਵਿੱਚ ਰੋਮੀ ਸਮਰਾਟ ਕਾਲੀਗੁਲਾ ਅਤੇ ਨੀਰੋ ਦੁਆਰਾ ਪੂਰੇ ਹੁੰਦੇ ਹੋਏ ਵੇਖਿਆ ਸੀ ਅਤੇ ਉਸ ਨੂੰ ਪਤਾ ਸੀ ਇਸ ਤਰ੍ਹਾਂ ਫਿਰ ਦੁਬਾਰਾ ਹੋਵੇਗਾ। ਇਤਿਹਾਸ ਵਿੱਚ ਇਹ ਅਜਿਹਾ ਵਿਦਰੋਹੀ ਸਮਰਾਟ ਹੋਵੇਗਾ ਜਿਸ ਦੇ ਵਿੱਚ ਦੁਸ਼ਟਤਾ ਹੀ ਦੁਸ਼ਟਤਾ ਹੋਵੇਗੀ ਜੋ ਪਰਮੇਸ਼ਵਰ ਦੀ ਇਸ ਦੁਨੀਆ ਵਿੱਚ ਤਬਾਹੀ ਅਤੇ ਹਿੰਸਾ ਲਿਆਵੇਗਾ ਪਰ ਸਦਾ ਦੇ ਲਈ ਨਹੀਂ। ਜਦੋਂ ਯਿਸੂ ਵਾਪਸ ਆਵੇਗਾ ਤਾਂ ਉਹ ਉਸ ਵਿਦਰੋਹੀ ਅਤੇ ਉਹਨਾਂ ਸਭਨਾਂ ਦਾ ਸਾਹਮਣਾ ਕਰੇਗਾ ਜੋ ਦੁਸ਼ਟਤਾ ਵਿੱਚ ਭਾਗੀਦਾਰ ਹਨ ਅਤੇ ਆਪਣੇ ਲੋਕਾਂ ਨੂੰ ਬਚਾਵੇਗਾ। ਇੱਥੇ ਪੌਲੁਸ ਬਾਅਦ ਵਿੱਚ ਪੜ੍ਹਨ ਵਾਲੇ ਪਾਠਕਾਂ ਦੇ ਲਈ ਭਵਿੱਖ ਦੀਆਂ ਘਟਨਾਵਾਂ ਦੇ ਅਨੁਮਾਨ ਲਗਾਉਣ ਲਈ ਬਿੰਦੂ ਨਹੀਂ ਦੇ ਰਿਹਾ ਬਲਕਿ ਉਹ ਥਸਲੋਨੀਕੀਆਂ ਦੇ ਲੋਕਾਂ ਨੂੰ ਤਸੱਲੀ ਦੇ ਰਿਹਾ ਹੈ। ਉਹ ਮਰਕੁਸ 13 ਤੋਂ ਯਿਸੂ ਦੀ ਸਿੱਖਿਆ ਨੂੰ ਯਾਦ ਕਰਦਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦੇ ਆਉਣ ਦੀਆਂ ਸਾਰੀਆਂ ਘਟਨਾਵਾਂ ਸਭਨਾਂ ਦੇ ਸਾਹਮਣੇ ਹੋਣਗੀਆਂ ਅਤੇ ਸਪਸ਼ਟ ਹੋਣਗੀਆਂ। ਇਸ ਲਈ ਉਹਨਾਂ ਨੂੰ ਡਰਨ ਅਤੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਕਿ ਉਹ ਛੱਡ ਦਿੱਤੇ ਜਾਣਗੇ ਬਲਕਿ ਉਹਨਾਂ ਨੂੰ ਯਿਸੂ ਦੇ ਦੁਬਾਰਾ ਆਉਣ ਤੱਕ ਵਿਸ਼ਵਾਸਯੋਗ ਰਹਿਣਾ ਚਾਹੀਦਾ ਹੈ। ਅਤੇ ਫਿਰ ਆਪਣੀ ਅੰਤਿਮ ਪ੍ਰਾਰਥਨਾ ਵਿੱਚ ਯਿਸੂ ਅਤੇ ਪਿਤਾ ਕੋਲੋਂ ਥਸਲੋਨੀਕੀਆਂ ਦੇ ਲੋਕਾਂ ਲਈ ਬੇਨਤੀ ਕਰਦਾ ਹੈ
ਕਿ ਉਹਨਾਂ ਨੂੰ ਸ਼ਾਂਤੀ ਮਿਲੇ ਅਤੇ ਦ੍ਰਿੜ ਕਰੇ ਕਿ ਉਹ ਯਿਸੂ ਦੇ ਮਾਰਗਾਂ ਵਿੱਚ ਵਿਸ਼ਵਾਸਯੋਗ ਰਹਿਣ। ਫਿਰ ਇਹੀ ਗੱਲ ਪੌਲੁਸ ਨੂੰ ਅੰਤਿਮ ਵਿਸ਼ੇ ਵੱਲ ਲੈ ਆਉਂਦੀ ਹੈ। ਇਹ ਬੇਕਾਰ ਬੈਠੇ ਲੋਕਾਂ ਲਈ ਚੁਣੌਤੀ ਹੈ, ਜਿਸ ਦਾ ਅਰਥ ਸਿਰਫ ਆਲਸੀ ਹੋਣਾ ਨਹੀਂ। ਇਹ ਉਹਨਾਂ ਲੋਕਾਂ ਬਾਰੇ ਹੈ ਜੋ ਗੈਰ ਜ਼ਿੰਮੇਦਾਰ ਸਨ ਅਤੇ ਕੰਮ ਕਰਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਇਨਕਾਰ ਕਰਦੇ ਸਨ, ਜਿਸ ਦੇ ਫਲਸਰੂਪ ਉਹਨਾਂ ਦਾ ਵਿਅਕਤੀਗਤ ਜੀਵਨ ਵਿਗੜ ਚੁੱਕਾ ਸੀ। ਅਸਲ ਵਿੱਚ ਪੌਲੁਸ ਨੇ ਸਮੱਸਿਆ ਨੂੰ ਆਪਣੇ ਪਹਿਲੇ ਪੱਤਰ ਵਿੱਚ ਦਰਸਾਇਆ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਹਾਲਾਤ ਹੋਰ ਵੀ ਵਿਗੜ ਚੁੱਕੇ ਹਨ। ਹੁਣ ਅਸੀਂ ਨਿਸ਼ਚਿਤ ਰੂਪ ਨਾਲ ਨਹੀਂ ਜਾਣਦੇ ਕਿ ਇਸ ਕਲੀਸਿਆ ਦੇ ਕੁਝ ਲੋਕ ਕੰਮ ਕਰਨ ਤੋਂ ਇਨਕਾਰ ਕਿਉਂ ਕਰਦੇ ਸਨ। ਇਸ ਤਰ੍ਹਾਂ ਹੋ ਸਕਦਾ ਹੈ ਇਸ ਸਮੱਸਿਆ ਦਾ ਸਬੰਧ ਪਿਛਲੀ ਸਮੱਸਿਆ ਨਾਲ ਹੋਵੇ। ਸ਼ਾਇਦ ਕੁਝ ਲੋਕਾਂ ਨੇ ਸੋਚਿਆ ਹੋਵੇ ਕਿ ਯਿਸੂ ਜਲਦੀ ਵਾਪਸ ਆਉਣ ਵਾਲਾ ਹੈ, ਇਸ ਲਈ ਉਹਨਾਂ ਨੇ ਆਪਣਾ ਕੰਮ ਅਤੇ ਆਮ ਜੀਵਨ ਛੱਡ ਦਿੱਤਾ ਹੋਵੇਗਾ। ਪਰ ਇਸ ਗੱਲ ਦੀ ਵਧੇਰੇ ਸੰਭਾਵਨਾ ਹੈ ਕਿ ਪੌਲੁਸ ਉਸ ਰੋਮੀ ਸੱਭਿਆਚਾਰ ਦੀ ਸਮੱਸਿਆ ਦੀ ਗੱਲ ਕਰ ਰਿਹਾ ਸੀ ਜਿਸ ਨੂੰ ਪ੍ਰਤੀਪਾਲਨ ਦੇਣਾ ਕਹਿੰਦੇ ਹਨ। ਸ਼ਹਿਰਾਂ ਵਿੱਚ ਗਰੀਬ ਲੋਕ ਵੀ ਰਹਿੰਦੇ ਸਨ ਅਤੇ ਇਹ ਲੋਕ ਅਮੀਰਾਂ ਦੇ ਅਧੀਨ ਨਿੱਜੀ ਸਹਾਇਕ ਵਜੋਂ ਕੰਮ ਕਰਦੇ ਸਨ ਅਤੇ ਉਹ ਕਦੇ-ਕਦੇ ਆਪਣੀ ਖੁੱਲ੍ਹਦਿਲੀ ਨਾਲ ਜਿਉਂਦੇ। ਪਰ ਇਹ ਸਭ ਗੱਲਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ, ਜਿਸ ਵਿੱਚ ਇਹਨਾਂ ਅਧੀਨ ਲੋਕਾਂ ਨੂੰ ਆਪਣੇ ਪ੍ਰਤੀਪਾਲਨ ਦੇਣ ਵਾਲੇ ਲੋਕਾਂ ਦੀ ਗੰਦੀ ਜ਼ਿੰਦਗੀ ਵਿੱਚ ਸ਼ਾਮਲ ਹੋਣਾ ਪੈਂਦਾ ਸੀ। ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਉਹਨਾਂ ਦੀ ਇਹ ਆਮਦਨੀ ਅਸਧਾਰਨ ਸੀ। ਜਦੋਂ ਪੌਲੁਸ ਇਹ ਕਹਿੰਦਾ ਹੈ ਕਿ ਇਹ ਲੋਕ ਕਸੂਤੇ ਚੱਲਦੇ ਹਨ ਅਤੇ ਕੁਝ ਕੰਮ ਨਹੀਂ ਕਰਦੇ, ਪਰ ਦੂਸਰਿਆਂ ਦੇ ਕੰਮਾਂ ਵਿੱਚ ਹੱਥ ਅਡਾਉਂਦੇ ਹਨ, ਇਸ ਦੁਆਰਾ ਉਹ ਇਹਨਾਂ ਦਾ ਹੀ ਜ਼ਿਕਰ ਕਰਦਾ ਹੈ। ਪੌਲੁਸ ਨੇ ਉਹਨਾਂ ਨੂੰ ਉਹ ਉਦਾਹਰਨ ਯਾਦ ਕਰਾਈ ਜੋ ਉਸਨੇ ਉਸ ਸਮੇਂ ਰੱਖੀ ਸੀ ਜਦੋਂ ਉਹ ਉਹਨਾਂ ਦੇ ਨਾਲ ਸੀ। ਉਸਨੇ ਕਦੀ ਪੈਸੇ ਨਹੀਂ ਮੰਗੇ, ਉਸਨੇ ਹੱਥੀਂ ਮਿਹਨਤ ਕੀਤੀ ਤਾਂ ਕਿ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਅਤੇ ਥਸਲੋਨੀਕੀਆਂ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਕਰ ਸਕੇ। ਉਹ ਕਹਿੰਦਾ ਹੈ ਕਿ ਇਹ ਉਚਿਤ ਹੈ ਕਿ ਯਿਸੂ ਦੇ ਚੇਲਿਆਂ ਨੂੰ ਯਿਸੂ ਦੇ ਨਿਰਸਵਾਰਥ ਪ੍ਰੇਮ ਦੀ ਨਕਲ ਕਰਦੇ ਹੋਏ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ। ਉਹ ਅੰਤਿਮ ਪ੍ਰਾਰਥਨਾ ਨਾਲ ਸਮਾਪਤ ਕਰਦਾ ਹੈ ਕਿ ਉਹਨਾਂ ਦੀਆਂ ਉਲਝਣਾਂ ਅਤੇ ਕਲੇਸ਼ਾਂ ਵਿੱਚ ਪਰਮੇਸ਼ਵਰ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਸ਼ਾਂਤੀ ਦੇਵੇ। ਥਸਲੋਨੀਕੀਆਂ ਦੀ ਸੰਖੇਪ ਪੱਤਰੀ ਆਰੰਭਿਕ ਮਸੀਹ ਦਾ ਪ੍ਰਭੂ ਯਿਸੂ ਮਸੀਹ ਦੇ ਦੁਬਾਰਾ ਆਉਣ ਤੇ ਵਿਸ਼ਵਾਸ ਅਤੇ ਅੰਤਿਮ ਨਿਆਂ ਦੀ ਆਸ ਨੂੰ ਪ੍ਰਗਟ ਕਰਦਾ ਹੈ। ਇਹ ਵਿਚਾਰ ਅੰਤ ਸਮੇਂ ਦੇ ਬਾਰੇ ਅੜਚਨਾ ਲਗਾਉਣ ਲਈ ਨਹੀਂ ਸੀ, ਬਲਕਿ ਇਹਨਾਂ ਗੱਲਾਂ ਨੇ ਉਹਨਾਂ ਵਿੱਚ ਆਸ ਨੂੰ ਜਗਾਇਆ ਅਤੇ ਯਿਸੂ ਦੇ ਪ੍ਰਤੀ ਦ੍ਰਿੜ ਅਤੇ ਵਿਸ਼ਵਾਸਯੋਗ ਰਹਿਣ ਦੀ ਪ੍ਰੇਰਣਾ ਦਿੱਤੀ, ਖਾਸ ਤੌਰ ਤੇ ਸਤਾਅ ਸਹਿ ਰਹੇ ਮਸੀਹਾਂ ਲਈ ਜੋ ਹਿੰਸਾਤਮਕ ਵਿਰੋਧ ਦਾ ਸਾਹਮਣਾ ਕਰ ਰਹੇ ਸਨ ਅਤੇ ਆਉਣ ਵਾਲੀਆਂ ਮਸੀਹੀ ਪੀੜ੍ਹੀਆਂ ਲਈ ਭਾਵੇਂ ਉਹ ਸਤਾਅ ਵਿੱਚੋਂ ਨਿਕਲਣ ਜਾਂ ਨਹੀਂ। ਇਹ ਪੱਤਰੀ ਸਾਨੂੰ ਯਾਦ ਦਿਵਾਵੇਗੀ ਕਿ ਜੋ ਅਸੀਂ ਆਸ ਕਰਦੇ ਹਾਂ ਉਹੀ ਸਾਡੇ ਜੀਉਣ ਲਈ ਵਜ੍ਹਾ ਬਣੀ ਅਤੇ ਦੂਜਾ ਥਸਲੋਨੀਕੀਆਂ ਦੇ ਬਾਰੇ ਇਹੀ ਸਭ ਹੈ।